ਸਤਿ ਸ੍ਰੀ ਅਕਾਲ। ਮੈਂ ਹਾਂ ਚੰਚਲ ਮਨੋਹਰ ਸਿੰਘ। ਤੁਸੀਂ ਦੇਖ ਰਹੇ ਹੋ ਅੰਮ੍ਰਿਤ ਪ੍ਰਸਾਰ। ਅੰਮ੍ਰਿਤ ਪ੍ਰਸਾਰ ਦੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ। ਅੱਜ ਜੋ ਵੀਡੀਓ ਜਿਸ ਮੁੱਦੇ ਤੇ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ, ਇਹ ਨਾ ਕੇਵਲ ਤੁਹਾਨੂੰ ਅਚੰਭਤ ਕਰ ਦੇਗੀ, ਪਰ ਤੁਹਾਨੂੰ ਸੋਚਣ ਤੇ ਵੀ ਮਜਬੂਰ ਕਰ ਦੇਗੀ ਕਿ ਇਹ ਜੋ ਸਮਾਜ ਹੈ ਪੰਜਾਬ ਦਾ, ਹਿੰਦੁਸਤਾਨ ਦਾ ਕਹਿ ਲਈਏ, ਇਹਦੇ ਵਿੱਚ ਉਹ ਸਾਰੀ ਕਿਸਮ ਦੇ ਇਨਸਾਨ ਯਾਨੀ ਮਰਦ ਤੇ ਇਸਤਰੀਆਂ ਹਨ ਜਿਸ ਪ੍ਰਕਾਰ ਦੀਆਂ ਵੈਸਟਰਨ ਵਰਲਡ ਵਿੱਚ ਹਨ, ਪੱਛਮੀ ਦੇਸ਼ਾਂ ਵਿੱਚ, ਅਮਰੀਕਾ ਵਿੱਚ, ਕੈਨੇਡਾ ਵਿੱਚ, UK 'ਚ, ਆਸਟ੍ਰੇਲੀਆ 'ਚ ਤੇ ਹੋਰ ਕਈ ਦੇਸ਼ਾਂ ਵਿੱਚ। ਇਹ ਘਟਨਾ ਜੋ ਹੈ ਇਹ ਬਠਿੰਡੇ ਸ਼ਹਿਰ ਦੇ ਗੁਰਦੁਆਰਾ ਕਲਗੀਧਰ ਸਾਹਿਬ ਵਿੱਚ 18 ਸਤੰਬਰ ਨੂੰ ਯਾਨੀ 18 ਸਤੰਬਰ 2023 ਨੂੰ ਵਾਪਰੀ। ਉਸ ਗੁਰਦੁਆਰੇ ਵਿੱਚ ਉੱਥੋਂ ਦੇ ਗ੍ਰੰਥੀਆਂ, ਉੱਥੋਂ ਦੇ ਰਾਗੀ ਜਥੇ ਨੇ ਤੇ ਉੱਥੋਂ ਦੇ ਅਰਦਾਸੀਏ ਨੇ ਇੱਕ ਸਮਲਿੰਗੀ ਵਿਆਹ ਯਾਨੀ ਦੋ ਕੁੜੀਆਂ ਦਾ ਆਪਸੀ ਵਿਆਹ ਬਿਲਕੁਲ ਸਿੱਖ ਮਰਿਆਦਾ ਮੁਤਾਬਕ ਆਨੰਦ ਕਾਰਜ ਕਰਕੇ ਰਚਾ ਦਿੱਤਾ। ਉਸ ਤੋਂ ਬਾਅਦ ਉਹਨਾਂ ਦੋਨਾਂ ਕੁੜੀਆਂ ਨੂੰ ਗੁਰਦੁਆਰਾ ਕਲਗੀਧਰ ਸਾਹਿਬ, ਕਨਾਲ ਕਲੋਨੀ, ਮੁਲਤਾਨੀ ਰੋਡ ਦੇ ਗ੍ਰੰਥੀ ਸਾਹਿਬਾਨ ਨੇ ਮੈਰਿਜ ਸਰਟੀਫਿਕੇਟ ਵੀ ਦੇ ਦਿੱਤਾ। ਇਸ ਘਟਨਾ ਦਾ ਸਿੱਖ ਜਗਤ ਉੱਪਰ ਜੋ ਅਸਰ ਹੋਇਆ ਉਸ ਦਾ ਅਸੀਂ ਤੁਹਾਨੂੰ ਸਿੱਟਾ ਦੱਸਦੇ ਹਾਂ ਕਿ ਪਹਿਲੇ ਤੁਹਾਨੂੰ ਪੂਰੀ ਸਟੋਰੀ ਦੱਸ ਦਈਏ। ਸਟੋਰੀ ਇਹ ਹੈ ਕਿ ਡਿੰਪਲ ਮਾਨਸਾ ਦੀ ਹੈ, ਉਹਦੀ ਉਮਰ 27 ਸਾਲ ਹੈ। ਮਨੀਸ਼ਾ ਜੋ ਹੈ ਉਹ ਬਠਿੰਡੇ ਦੀ ਹੈ, ਉਹਦੀ ਉਮਰ 21 ਸਾਲ ਹੈ। ਔਰ ਇਹ ਦੋ ਕੁੜੀਆਂ ਨੇ ਆਪਸੀ ਵਿਆਹ ਲਈ ਆਪਣੇ ਪਰਿਵਾਰਾਂ ਨੂੰ ਵੀ ਮਨਾਇਆ। ਉਸ ਵਿਆਹ ਵਿੱਚ ਉਹਨਾਂ ਦੋਨਾਂ ਕੁੜੀਆਂ ਦੇ ਮਾਤਾ ਪਿਤਾ ਅਤੇ ਰਿਸ਼ਤੇਦਾਰ ਵੀ ਉਸ ਵਿਆਹ ਵਿੱਚ ਬੜੀ ਖੁਸ਼ੀ ਨਾਲ ਸ਼ਰੀਕ ਹੋਏ। ਇਹ ਪਹਿਲਾ ਵਿਆਹ ਸਿੱਖ ਜਗਤ ਵਿੱਚ, ਭਾਵੇਂ ਅਕਾਲ ਤਖਤ ਦੇ ਜਥੇਦਾਰ ਸਾਹਿਬਾਨ ਅਤੇ ਹੋਰ ਸਿੰਘ ਸਾਹਿਬਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਜਿਹੇ ਵਿਆਹਾਂ ਦਾ ਬੜੀ ਦੇਰ ਤੋਂ ਵਿਰੋਧ ਕਰ ਰਹੀ ਹੈ ਅਤੇ ਇਹ ਕਹਿ ਰਹੀ ਹੈ ਕਿ ਸਿੱਖ ਮਰਿਆਦਾ ਵਿੱਚ ਇਹੋ ਜਿਹੀਆਂ ਸ਼ਾਦੀਆਂ ਨਹੀਂ ਹੋ ਸਕਦੀਆਂ ਅਤੇ ਕਬੂਲ ਵੀ ਨਹੀਂ ਕੀਤੀਆਂ ਜਾ ਸਕਦੀਆਂ ਅਤੇ ਇਹਨਾਂ ਦਾ ਬੜੀ ਦੇਰ ਤੋਂ ਵਿਰੋਧ ਕਰ ਰਹੀ ਹੈ ਅਜਿਹੇ ਰਿਸ਼ਤਿਆਂ ਦਾ, ਅਜਿਹੇ ਵਿਆਹਾਂ ਦਾ। ਪਰ ਇਹ ਜੋ ਬਠਿੰਡੇ ਵਿੱਚ ਗੁਰਦੁਆਰਾ ਸ਼੍ਰੀ ਕਲਗੀਧਰ ਸਾਹਿਬ ਵਿੱਚ ਜੋ ਵਿਆਹ ਰਚਾਇਆ ਗਿਆ, ਇਸ ਦੀ ਕਮੇਟੀ ਨੇ ਜਦੋਂ ਇਹ ਵਿਆਹ ਰਚਾਇਆ ਤਾਂ ਡਿੰਪਲ ਜੋ ਹੈ ਸਿੱਖ ਦੁਲਹੇ ਦੀ ਤਰ੍ਹਾਂ ਦਸਤਾਰ ਸਜਾ ਕੇ ਅਤੇ ਦੁਲਹੇ ਵਾਲੇ ਕੱਪੜੇ ਪਹਿਨ ਕੇ ਗੁਰਦੁਆਰੇ ਵਿੱਚ ਹਾਜ਼ਰ ਹੋਈ, ਜਦ ਕਿ ਮਨੀਸ਼ਾ ਜੋ ਸੀ ਉਹ ਇੱਕ ਨਾਰੀ ਦੇ ਰੂਪ ਵਿੱਚ, ਇਸਤਰੀ ਦੇ ਰੂਪ ਵਿੱਚ ਉੱਥੇ ਆਪਣੇ ਪਰਿਵਾਰ ਸਮੇਤ ਆਈ। ਹੁਣ ਇਹ ਦੋ ਕੁੜੀਆਂ ਬਾਰੇ ਇਹ ਦੱਸਿਆ ਜਾਂਦਾ ਹੈ ਕਿ ਕਾਫੀ ਦੇਰ ਤੋਂ ਇਹ ਇਕੱਠੀਆਂ ਰਹਿ ਰਹੀਆਂ ਸੀ ਅਤੇ ਉਹਨਾਂ ਨੂੰ ਐਂ ਲੱਗਦਾ ਸੀ ਕਿ ਉਹਨਾਂ ਦਾ ਇਸ ਤਰ੍ਹਾਂ ਦਾ ਰਿਸ਼ਤਾ ਗੈਰ ਕਾਨੂੰਨੀ ਹੈ ਅਤੇ ਉਹਨਾਂ ਨੂੰ ਕਿਸੇ ਵੇਲੇ ਮੁਸੀਬਤ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਤੇ ਪੁਲਿਸ ਵੀ ਉਹਨਾਂ ਤੇ ਕੋਈ ਕਾਰਵਾਈ ਕਰ ਸਕਦੀ ਹੈ। ਪਰ ਉਹਨਾਂ ਕੁੜੀਆਂ ਨੇ ਇੱਕ ਅਜਿਹਾ ਕਮਾਲ ਦਿਖਾਇਆ ਕਿ ਉਹਨਾਂ ਨੇ ਕਲਗੀਧਰ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਨੂੰ ਵਿਸ਼ਵਾਸ ਵਿੱਚ ਲਿਆ ਅਤੇ ਇਹ ਵਿਆਹ ਨੇਪਰੇ ਚੜ੍ਹ ਗਿਆ। ਹੁਣ ਉਹਨਾਂ ਕੋਲ ਸਰਟੀਫਿਕੇਟ ਵੀ ਹੈ, ਗੁਰਦੁਆਰੇ ਵੱਲੋਂ ਦਿੱਤਾ ਗਿਆ। ਦੇਸ਼ ਦੀ ਸਰਵਉੱਚਤਮ ਅਦਾਲਤ ਸੁਪਰੀਮ ਕੋਰਟ ਨੇ ਜੋ ਅੱਜ ਫੈਸਲਾ ਦਿੱਤਾ, ਉਸ ਵਿੱਚ ਉਹਨਾਂ ਨੇ ਇਸ ਨੂੰ ਲੀਗਲ ਸਟੇਟਸ ਦੇਣ ਤੋਂ ਨਾ ਕਰ ਦਿੱਤੀ ਹੈ। ਯਾਨੀ ਸਮਲਿੰਗੀ ਵਿਆਹ ਜੋ ਹਨ, ਸੇਮ ਸੈਕਸ ਮੈਰਿਜਸ, ਉਸ ਨੂੰ ਕਾਨੂੰਨੀ ਨਹੀਂ ਕਿਹਾ ਜਾ ਸਕਦਾ। ਇਹ 5 ਜੱਜਾਂ ਦੀ ਜੋ ਪੀਠ ਸੀਗੀ ਉਹਨੇ ਫੈਸਲਾ ਕੀਤਾ ਕਿ ਉਹ ਅਜਿਹਾ ਕੋਈ
ਲੀਗਲ ਸਟੇਟਸ ਨਹੀਂ ਦਿੰਦੇ। ਅਤੇ ਉਹਨਾਂ ਨੇ ਇੱਕ ਬੜੀ ਮਹੱਤਵਪੂਰਨ ਗੱਲ ਕੀਤੀ ਹੈ, ਜਿੱਥੇ ਉਹਨਾਂ ਨੇ ਇਸ ਨੂੰ ਕਾਨੂੰਨੀ ਸਟੇਟਸ ਦੇਣ ਤੋਂ ਨਾ ਕੀਤੀ ਹੈ ਸਮਲਿੰਗੀ ਵਿਆਹ ਨੂੰ, ਉੱਥੇ ਉਹਨਾਂ ਨੇ ਕਿਹਾ ਕਿ ਦੇਸ਼ ਦੀ ਪਾਰਲੀਮੈਂਟ, ਯਾਨੀ ਇਹ ਫੈਸਲਾ ਅਸੀਂ ਦੇਸ਼ ਦੀ ਸੰਸਦ 'ਤੇ ਛੱਡਦੇ ਹਾਂ, ਯਾਨੀ ਕਿ ਪਾਰਲੀਮੈਂਟ ਜੋ ਹੈ ਭਾਰਤ ਦੀ, ਉਹ ਹੁਣ ਇਸ 'ਤੇ ਫੈਸਲਾ ਲਏਗੀ ਕਿ ਕੀ ਸਮਲਿੰਗੀ ਵਿਆਹ ਹੋ ਸਕਦੇ ਹਨ ਕਿ ਨਹੀਂ। ਜਸਟਿਸ ਡੀ.ਵੀ. ਚੰਦਰਚੂੜ ਦੀ 5 ਮੈਂਬਰੀ ਜੋ ਬੈਂਚ ਸੀ, ਪੀਠ ਸੀ, ਉਸ ਦਾ ਇਸ ਫੈਸਲੇ ਨਾਲ ਜਿਹੜਾ ਇਹ ਵਿਆਹ ਅਸੀਂ ਜਿਹਦੇ ਉੱਪਰ ਜ਼ਿਕਰ ਕੀਤਾ, ਉਹ ਗੈਰ ਕਾਨੂੰਨੀ ਜਿਹੜਾ ਡਿਕਲੇਅਰ ਹੋ ਗਿਆ। ਔਰ ਇਹਦੇ ਨਾਲ ਜੋ ਅੱਜ LGBTQ ਦਾ ਜਿਹੜੀਆਂ ਹੈਗੀ ਹੈ ਕਮਿਸ਼ਨ, ਇਹਨਾਂ ਦੀਆਂ ਜਿਹੜੀਆਂ ਸੰਸਥਾਵਾਂ, ਉਹਨਾਂ ਨੇ ਇਸ ਫੈਸਲੇ ਉੱਪਰ ਬੜੀ ਨਿਰਾਸ਼ਾ ਪ੍ਰਗਟ ਕੀਤੀ ਹੈ। ਔਰ ਇਸ ਫੈਸਲੇ 'ਤੇ ਯਾਨੀ ਕਈ ਪਟੀਸ਼ਨਾਂ ਹੋ ਚੁੱਕੀਆਂ ਹਨ ਕਿ ਵੀ ਇਹ ਠੀਕ ਹੈ, ਗਲਤ ਹੈ। ਤੋ ਇਹ ਬੜੀ ਲੰਬੀ ਦੇਰ ਤੋਂ ਇੱਕ ਬਹਿਸ ਚੱਲਦੀ ਆ ਰਹੀ ਸੀ, ਜਿਸ ਦਾ ਫੈਸਲਾ ਅੱਜ ਮੰਗਲਵਾਰ ਨੂੰ ਦੇਸ਼ ਦੀ ਸੁਪਰੀਮ ਕੋਰਟ ਨੇ ਦੇ ਦਿੱਤਾ ਹੈ। ਔਰ ਇਸ ਨਾਲ ਜੋ ਗੁਰਦੁਆਰੇ ਨੇ ਜੋ ਕਾਰਵਾਈ ਕੀਤੀ ਹੈ, ਉਹ ਸਾਰੀ ਕਾਰਵਾਈ ਜਿਹੜੀ ਹੈ ਉਹ ਗੈਰ ਕਾਨੂੰਨੀ ਹੋ ਗਈ ਹੈ। ਉਹਨਾਂ ਦੇ ਸਰਟੀਫਿਕੇਟ ਦਾ ਕੀ ਮਤਲਬ ਹੋਏਗਾ ਇਹ ਵੀ ਸਾਨੂੰ ਨਹੀਂ ਪਤਾ ਕਿ ਵੀ ਉਹ ਕਾਨੂੰਨੀ ਤੌਰ 'ਤੇ ਉਸ ਸਰਟੀਫਿਕੇਟ ਨੂੰ ਕਿੱਥੇ ਵਰਤ ਸਕਦੇ ਹਨ। ਪਰ ਇੱਕ ਗੱਲ ਤਾਂ ਸਪਸ਼ਟ ਹੈ ਕਿ ਸਰਟੀਫਿਕੇਟ ਦੇਣ ਤੋਂ ਬਾਅਦ ਗੁਰਦੁਆਰਾ ਤਾਂ ਇਸ 'ਚੋਂ ਬਾਹਰ ਹੋ ਗਿਆ। ਜਿਨ੍ਹਾਂ ਗ੍ਰੰਥੀਆਂ ਅਤੇ ਜਿਨ੍ਹਾਂ ਰਾਗੀਆਂ ਨੇ ਇਹ ਸਿੱਖ ਮਰਿਆਦਾ ਮੁਤਾਬਕ ਉਹਨਾਂ ਨੂੰ ਵਿਆਹ ਕਰਕੇ, ਆਨੰਦ ਕਾਰਜ ਕਰਕੇ ਸਰਟੀਫਿਕੇਟ ਦਿੱਤਾ, ਉਹ ਵੀ ਹੁਣ ਕਾਨੂੰਨ ਦੇ ਘੇਰੇ ਵਿੱਚ ਆ ਗਏ ਹਨ। ਅੱਗੇ ਦੇਖਦੇ ਹਾਂ ਕਿ ਕੀ ਹੁੰਦਾ ਹੈ। ਇਹ ਮਸਲਾ ਬੜਾ ਗੰਭੀਰ ਹੈ। ਸਿੱਖ ਸੰਸਥਾਵਾਂ ਅਤੇ ਸਿੱਖਾਂ ਵਿੱਚ ਇਸ ਉੱਪਰ ਬੜਾ ਵਾਵਰੋਲਾ ਇਕੱਠਾ ਹੋ ਰਿਹਾ। ਔਰ ਇਸ ਉੱਪਰ ਚਾਹੇ ਕਿਸੇ ਸਿੱਖ ਸੰਸਥਾ ਨੇ ਹਾਲੇ ਤੱਕ ਕੋਈ ਬਿਆਨ ਨਹੀਂ ਦਿੱਤਾ, ਕਿਉਂਕਿ ਵਿਆਹ 28 ਦਿਨ ਗੁਪਤ ਰਿਹਾ। ਇਹ ਕੋਈ ਅਜਿਹਾ ਪਹਿਲਾ ਵਿਆਹ ਨਹੀਂ ਦੁਨੀਆ 'ਚ। ਹੋਰਾਂ ਧਰਮਾਂ ਵਿੱਚ, ਕ੍ਰਿਸਚੀਅਨ ਵਿੱਚ, ਵੱਖ-ਵੱਖ ਦੇਸ਼ਾਂ ਵਿੱਚ ਕਾਫੀ ਅਜੇ ਵਿਆਹ ਹੋ ਰਹੇ ਹਨ। ਔਰ ਇਹ ਜੋ ਸਮਲਿੰਗੀ ਵਿਆਹ ਕਰਾਉਣ ਵਾਲੇ ਹਨ, ਇਹਨਾਂ ਦੀਆਂ ਬਹੁਤ ਦੁਨੀਆ ਭਰ 'ਚ ਸੰਸਥਾਵਾਂ ਹਨ। ਇਹ ਆਪਣੇ ਹੱਕਾਂ ਲਈ ਪ੍ਰਦਰਸ਼ਨੀਆਂ ਵੀ ਕਰਦੇ ਹਨ, ਜਲੂਸ ਵੀ ਕਰਦੇ ਹਨ, ਅਤੇ ਇਹਨਾਂ ਨੂੰ ਪਿੰਕ ਕਪਲ ਵੀ ਕਿਹਾ ਜਾਂਦਾ ਹੈ। ਤੁਸੀਂ ਕਈ ਥਾਈਂ ਦੇਖਿਆ ਹੋਣਾ ਹੈ ਕਿ ਪਿੰਕ ਡੇ ਦੀ ਗੱਲ ਕੀਤੀ ਹੁੰਦੀ ਹੈ। ਸੋ ਇਸ ਦਾ ਰਿਐਕਸ਼ਨ ਜੋ ਹੈ, ਕੱਲ੍ਹ 28 ਦਿਨ ਬਾਅਦ 16 ਅਕਤੂਬਰ ਨੂੰ ਸ਼੍ਰੀ ਅਕਾਲ ਤਖਤ ਸਾਹਿਬ 'ਤੇ ਹੋਈ 5 ਸਿੰਘ ਸਭਾਨਾਂ ਦੀ ਮੀਟਿੰਗ ਵਿੱਚ ਐਕਸ਼ਨ ਲਿਆ ਗਿਆ। ਉਹਨਾਂ ਵਿੱਚ ਜਿਨ੍ਹਾਂ ਗ੍ਰੰਥੀਆਂ, ਹੈੱਡ ਗ੍ਰੰਥੀ ਅਤੇ ਰਾਗੀ ਜੱਥੇ ਨੇ ਉਹਨਾਂ ਦੀਆਂ ਲਾਵਾਂ ਪੜ੍ਹੀਆਂ, ਉਹਨਾਂ ਸਾਰਿਆਂ ਉੱਪਰ 5 ਸਾਲ ਲਈ ਰੋਕ ਲਗਾ ਦਿੱਤੀ ਹੈ ਕਿ ਉਹ ਕਿਸੇ ਗੁਰਦੁਆਰੇ ਵਿੱਚ ਸ਼ਬਦ ਕੀਰਤਨ ਨਹੀਂ ਪੜ੍ਹ ਸਕਦੇ, ਗ੍ਰੰਥੀ ਦਾ ਕੰਮ ਨਹੀਂ ਕਰ ਦਿੱਤੇ, ਉਹਨਾਂ ਨੂੰ ਯਾਨੀ ਬਲੈਕ ਲਿਸਟ ਕਰ ਦਿੱਤਾ ਗਿਆ ਹੈ। ਉਹਨਾਂ ਦੇ ਨਾਂ ਹਨ ਮੁੱਖ ਗ੍ਰੰਥੀ ਹਰਦੇਵ ਸਿੰਘ, ਗ੍ਰੰਥੀ ਅਜੈਬ ਸਿੰਘ, ਰਾਗੀ ਸਿਕੰਦਰ ਸਿੰਘ, ਤਬਲਾ ਵਾਦਕ ਸਤਨਾਮ ਸਿੰਘ। ਸੋ ਉਹਦੇ ਬਾਅਦ ਉਹਨਾਂ ਨੇ ਲੈਟਰ ਹੈਡ ਗੁਰਦੁਆਰੇ ਦੇ ਤੇ, ਯਾਨੀ ਕਿ ਗੁਰਦੁਆਰੇ ਦੇ ਪੈਡ ਉੱਪਰ ਜਿਵੇਂ ਇੱਕ ਰਸਮੀ ਤੌਰ 'ਤੇ ਬਾਕੀ ਵਿਆਹਾਂ ਦੇ ਮੈਰਿਜ ਸਰਟੀਫਿਕੇਟ ਦਿੱਤੇ ਜਾਂਦੇ ਹਨ, ਉਹ ਸਰਟੀਫਿਕੇਟ ਵੀ ਦੇ ਦਿੱਤਾ। ਸੋ ਇਹ ਜੋ ਕਮੇਟੀ ਸੀ ਸ਼੍ਰੀ ਅਕਾਲ ਤਖਤ ਸਾਹਿਬ 'ਤੇ, ਜਿਸ ਨੇ ਹੋਰ ਵੀ ਬੜੇ ਫੈਸਲੇ ਲਏ, ਪਰ ਇਸ ਸਮਲਿੰਗੀ ਵਿਆਹ ਦੇ ਫੈਸਲੇ ਦੀ ਬੜੀ ਅਹਿਮੀਅਤ ਹੈ। ਅਤੇ ਇਸ ਨੇ ਇੱਕ ਸਾਰੇ ਜਗਤ ਨੂੰ, ਸਿੱਖ ਜਗਤ ਨੂੰ ਔਰ ਗੁਰਦੁਆਰਿਆਂ ਦੀਆਂ ਸੰਸਥਾਵਾਂ ਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਇੱਕ ਸੁਨੇਹਾ ਵੀ ਦਿੱਤਾ ਹੈ ਕਿ ਸਮਲਿੰਗੀ ਵਿਆਹ ਕਰਨੇ ਗੁਰਮਰਿਆਦਾ ਦੇ ਵਿਰੁੱਧ ਹਨ
ਜੋ ਇਹ ਕਰੇਗਾ ਉਹਦੇ ਉੱਪਰ ਕਾਰਵਾਈ ਹੋਏਗੀ, ਜੋ ਕਾਰਵਾਈ ਇਸ ਗੁਰਦੁਆਰੇ ਦੇ ਗ੍ਰੰਥੀਆਂ ਉੱਪਰ ਕੀਤੀ ਗਈ। ਇਸ ਤੋਂ ਇਲਾਵਾ ਸ਼੍ਰੀ ਕਲਗੀਧਰ ਸਾਹਿਬ ਗੁਰਦੁਆਰੇ ਦੀ ਜੋ ਮੈਨੇਜਮੈਂਟ ਹੈ ਉਸ ਨੂੰ ਵੀ ਬਰਖਾਸਤ ਕਰ ਦਿੱਤਾ ਹੈ ਔਰ ਉਸ ਨੂੰ ਆਦੇਸ਼ ਜਾਰੀ ਕੀਤੇ ਨੇ ਕਿ ਇਸ ਗੁਰਦੁਆਰੇ ਦੀ ਜਿਹੜੀ ਨਵੀਂ ਕਮੇਟੀ ਜਿਹੜੀ ਇਹਨੂੰ ਟੇਕ ਓਵਰ ਕਰੇ ਉਹ ਸਾਰੀ ਕਮੇਟੀ ਅੰਮ੍ਰਿਤਧਾਰੀ ਹੋਣੀ ਚਾਹੀਦੀ ਹੈ। ਇਹ ਜੋ ਆਦੇਸ਼ ਹੈ ਇਸ ਵਿੱਚ ਇਹ ਤਾਂ ਨਹੀਂ ਦੱਸਿਆ ਗਿਆ ਕਿ ਪਹਿਲੀ ਜਿਹੜੀ ਕਮੇਟੀ ਸੀ ਉਹਦੇ ਵਿੱਚ ਸ਼ਾਇਦ ਕੋਈ ਗੈਰ ਅੰਮ੍ਰਿਤਧਾਰੀ ਵੀ ਮੈਨੇਜਮੈਂਟ ਦੇ ਸੀ। ਸੋ ਇਹ ਫੈਸਲੇ ਵਿੱਚ ਜੋ ਅਕਾਲ ਤਖਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਜੀ ਦੀ ਪ੍ਰਧਾਨਗੀ 'ਚ ਹੋਈ, ਉਹਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਜੀ ਜਥੇਦਾਰ ਦਮਦਮਾ ਸਾਹਿਬ, ਗਿਆਨੀ ਸੁਲਤਾਨ ਸਿੰਘ ਜੀ ਜਥੇਦਾਰ ਤਖਤ ਸ੍ਰੀ ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ ਅਤੇ ਗਿਆਨੀ ਗੁਰਮਿੰਦਰ ਸਿੰਘ ਜੀ ਗ੍ਰੰਥੀ ਹਰਮੰਦਰ ਸਾਹਿਬ ਅਤੇ ਹਜੂਰ ਸਾਹਿਬ ਤੋਂ ਐਡੀਸ਼ਨਲ ਗ੍ਰੰਥੀ ਹੈੱਡ ਗ੍ਰੰਥੀ ਗਿਆਨੀ ਗੁਰਦਿਆਲ ਸਿੰਘ ਜੀ ਵੀ ਹਾਜ਼ਰ ਸਨ। ਪਰ ਇਹ ਜੋ ਵਿਆਹ ਬਠਿੰਡੇ ਦੇ ਗੁਰਦੁਆਰੇ ਵਿੱਚ ਹੋਇਆ ਇਸ ਨੇ ਸਿੱਖ ਜਗਤ ਵਿੱਚ ਇੱਕ ਨਵੀਂ ਬਹਿਸ ਆਰੰਭ ਕੀਤੀ ਹੈ ਕਿ ਇਹ ਬਹਿਸ ਵਿੱਚ ਇਹ ਡਿਸਕਸ ਕਰਨਾ ਪਏਗਾ ਕਿ ਕੀ ਇਹ ਵਿਆਹ ਸਿੱਖ ਮਰਿਆਦਾ ਦੇ ਮੁਤਾਬਕ ਕਰਨੇ ਜਾਇਜ਼ ਹਨ ਜਾਂ ਨਹੀਂ ਹਨ। ਇਹ ਤਾਂ ਅਜਿਹੀ ਇੱਕ ਵਿਚਾਰ ਹੈ, ਅਜਿਹਾ ਫੈਸਲਾ ਹੈ ਜਿਹੜਾ ਕਿ ਸਿੰਘ ਸਭਾਨਾ ਨੇ ਹੀ ਲੈਣਾ ਹੈ ਅਤੇ ਉਹਨਾਂ ਨੇ ਆਪਣਾ ਫੈਸਲਾ ਦੇ ਦਿੱਤਾ ਹੈ। ਇਸ ਤੋਂ ਪਹਿਲੇ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮਲਿੰਗੀ ਵਿਆਹਾਂ ਦੇ ਵਿਰੁੱਧ ਹੀ ਰਹੀ ਹੈ ਅਤੇ ਉਹਨਾਂ ਨੇ ਕਾਫੀ ਜਦੋਂ ਦੇਸ਼ ਵਿੱਚ ਬਹਿਸ ਚੱਲ ਰਹੀ ਸੀ ਸਮਲਿੰਗੀ ਤਾਂ ਉਹਨਾਂ ਨੇ ਇਸ ਦਾ ਵਿਰੋਧ ਕੀਤਾ ਔਰ ਸੁਪਰੀਮ ਕੋਰਟ ਆਫ ਇੰਡੀਆ ਪਹਿਲੇ ਵੀ ਕਈ ਫੈਸਲੇ ਅਜਿਹੇ ਦੇ ਚੁੱਕੀ ਹੈ, ਜਿਵੇਂ ਕਿ ਲਿਵ ਇਨ ਰਿਲੇਸ਼ਨ ਦਾ ਫੈਸਲਾ ਹੈ। ਬਿਨਾਂ ਵਿਆਹ ਕੁੜੀ ਮੁੰਡੇ ਬਹੁਤ ਵੱਡੀ ਗਿਣਤੀ ਵਿੱਚ ਹਿੰਦੁਸਤਾਨ ਵਿੱਚ ਰਹਿ ਰਹੇ ਹਨ। ਭਾਰਤ ਵਿੱਚ ਅਜੇ ਜੋੜਿਆਂ ਦੀ ਗਿਣਤੀ ਅਣਗਿਣਤ ਹੀ ਹੋਏਗੀ, ਕਿਉਂਕਿ ਮੈਂ ਕਈਆਂ ਨੂੰ ਜੋੜਿਆਂ ਬਾਰੇ ਪਤਾ ਹੈ, ਜਿਵੇਂ ਚੰਡੀਗੜ੍ਹ 'ਚ ਵੀ ਅਜਿਹੀਆਂ ਕਈ ਜੋੜੇ ਹਨ, ਪੰਜਾਬ ਵਿੱਚ ਵੀ ਹਨ, ਦਿੱਲੀ ਕੀ ਵੱਡੇ ਸ਼ਹਿਰਾਂ ਵਿੱਚ ਤਾਂ ਬਹੁਤ ਜ਼ਿਆਦਾ ਹਨ, ਕਿਉਂਕਿ ਅੱਜ ਕੱਲ੍ਹ ਦਾ ਜੋ ਪੈਦਾ ਹੋਇਆ ਨਵਾਂ ਸਮਾਜ ਉਹਦੇ ਵਿੱਚ ਕੁੜੀਆਂ ਮੁੰਡੇ ਇਕੱਠੇ ਰਹਿੰਦੇ ਹਨ ਅਤੇ ਕੋਈ ਉਹ ਕਿਸੇ ਦੀ ਪਰਵਾਹ ਨਹੀਂ ਕਰਦੇ ਅਤੇ ਉਹਨਾਂ ਨੂੰ ਮਾਤਾ ਪਿਤਾ ਨੂੰ ਵੀ ਇਸ ਗੱਲ ਦਾ ਪਤਾ ਹੁੰਦਾ ਹੈ। ਸੋ ਇਹ ਜੋ ਵੀਡੀਓ ਅਸੀਂ ਅੱਜ ਬਣਾਈ ਹੈ, ਇਹ ਵੀਡੀਓ ਇਸ ਲਈ ਬਣਾਉਣੀ ਜ਼ਰੂਰੀ ਸੀ ਕਿ ਦੁਨੀਆ ਭਰ ਵਿੱਚ ਸਿੱਖ ਕੋਈ 30 ਮੁਲਕਾਂ ਵਿੱਚ ਉਹਨਾਂ ਦਾ ਰਹਿਣ ਬਸੇਰਾ ਉੱਥੇ ਵਸੇ ਹੋਏ ਹਨ। ਜ਼ਿਆਦਾ ਗਿਣਤੀ ਤਾਂ ਉਹਨਾਂ ਦੀ ਕੈਨੇਡਾ, USA, UK ਅਤੇ ਆਸਟ੍ਰੇਲੀਆ ਵਿੱਚ ਹੈ। ਉਹਨਾਂ ਮੁਲਕਾਂ ਵਿੱਚ ਉਹਨਾਂ ਦੀਆਂ ਸਰਕਾਰਾਂ ਵਿੱਚ ਸਮਲਿੰਗੀ ਰਿਸ਼ਤਿਆਂ ਬਾਰੇ ਜੋ ਹੈ ਕਾਫੀ ਖੁੱਲ੍ਹਾ ਡੁੱਲਾ ਵਿਚਾਰ ਹੈ ਉੱਥੋਂ ਦੇ ਸਮਾਜ ਦਾ ਅਤੇ ਲੋਕ ਕੋਈ ਇਸ ਦਾ ਬਹੁਤਾ ਨੋਟਿਸ ਨਹੀਂ ਲੈਂਦੇ। ਪਰ ਕ੍ਰਿਸਚੈਨਿਟੀ ਜੋ ਹੈ, ਚਰਚ ਜੋ ਹੈ, ਉਹ ਇਹਨਾਂ ਵਿਆਹਾਂ ਨੂੰ ਕਬੂਲ ਨਹੀਂ ਕਰਦੀ, ਨਾ ਹੀ ਇਹਨਾਂ ਵਿਆਹਾਂ ਨੂੰ ਇਸਲਾਮ ਕਬੂਲ ਕਰਦਾ ਹੈ। ਤੋ ਇਹ ਜੋ ਰਿਸ਼ਤੇ ਹਨ ਸ਼ਾਇਦ ਹਿੰਦੂ ਧਰਮ ਵੀ ਇਹ ਕਬੂਲ ਨਹੀਂ ਕਰਦਾ। ਸੋ ਇਹ ਜੋ ਵਿਆਹ ਹੋਇਆ ਹੈ ਇਸ ਨੇ ਸਿੱਖ ਜਗਤ ਵਿੱਚ ਇੱਕ ਨਵਾਂ ਜੋ ਮੁੱਦਾ ਖੜਾ ਕੀਤਾ ਹੈ। ਇਸ ਬਾਰੇ ਸਿੱਖਾਂ ਨੂੰ ਆਪਣੇ ਵਿਚਾਰ ਬਣਾਉਣੇ ਪੈਣਗੇ। ਮੈਂ ਉਮੀਦ ਕਰਦਾ ਵੀ ਇਹ ਵੀਡੀਓ ਸੁਣਨ ਤੋਂ ਬਾਅਦ ਤੁਸੀਂ ਇਸ ਵੀਡੀਓ ਦੀ ਜੋ ਕਮੈਂਟ ਪੱਟੀ ਹੈ ਉਸ ਵਿੱਚ ਆਪਣੇ ਵਿਚਾਰ ਜ਼ਰੂਰ ਪੇਸ਼ ਕਰੋ। ਇਸ ਬਹਿਸ ਵਿੱਚ ਤੁਸੀਂ ਸ਼ਾਮਲ ਹੋਵੋ। ਇਹ ਮੁੱਦਾ ਬਹੁਤ ਮਹੱਤਵਪੂਰਨ ਮੁੱਦਾ ਹੈ, ਕਿਉਂਕਿ ਬਹੁਤ ਸਾਰੇ ਸਿੱਖਾਂ ਦੀ ਜੋ ਗਿਣਤੀ ਹੈ, ਜਿਵੇਂ ਇਕੱਲੇ ਸਿਰਫ ਕੈਨੇਡਾ ਵਿੱਚ ਹੀ 7,70,000 ਸਿੱਖ ਰਹਿੰਦੇ ਹਨ, ਤਾਂ ਉਹਨਾਂ ਉੱਪਰ ਅਜਿਹੇ ਵਿਆਹਾਂ ਦਾ ਕੀ ਪ੍ਰਭਾਵ ਪਏਗਾ। ਇਸੇ ਤਰ੍ਹਾਂ ਅਮਰੀਕਾ ਵਿੱਚ ਹਨ, UK ਵਿੱਚ ਵੀ ਹਨ
ਅਤੇ ਆਸਟ੍ਰੇਲੀਆ ਵਿੱਚ ਵੀ ਹਨ। ਮੈਂ ਇਹ ਦੇਖਿਆ ਜੋ ਜਲੂਸ ਪ੍ਰਦਰਸ਼ਨੀ ਸਮਲਿੰਗੀ ਰਿਸ਼ਤਿਆਂ ਵਾਲੇ ਸ਼ਿਕਾਗੋ ਵਿੱਚ, ਨਿਊਯਾਰਕ ਵਿੱਚ ਜਾਂ ਹੋਰ ਸ਼ਹਿਰਾਂ 'ਚ ਕਰਦੇ ਹਨ। ਤੁਹਾਨੂੰ ਇਹ ਦੱਸਿਆ ਜਾਂਦਾ ਕਿ ਕਈ ਪ੍ਰਦਰਸ਼ਨੀਆਂ ਚੰਡੀਗੜ੍ਹ 'ਚ ਵੀ ਸਮਲਿੰਗੀ ਰਿਸ਼ਤੇ ਵਾਲਿਆਂ ਦੀਆਂ ਹੋਈਆਂ। ਉਹਦੇ ਵਿੱਚ ਅਸੀਂ ਕੋਈ ਦਸਤਾਰ ਵਾਲਾ ਤਾਂ ਨਹੀਂ ਦੇਖਿਆ, ਪਰ ਉਹਦੇ ਵਿੱਚ ਇੰਡੀਅਨ ਯਾਨੀ ਭਾਰਤੀ ਨਾਗਰਿਕਾਂ ਨੇ ਆਪਣੀ ਉਹਦੇ 'ਚ ਪਾਰਟੀਸਪੇਸ਼ਨ ਕੀਤੀ ਹੈ, ਸ਼ਮੂਲੀਅਤ ਕੀਤੀ ਹੈ। ਸੋ ਇਸ ਮੁੱਦੇ ਨੂੰ ਹੁਣ ਵਿਸ਼ਵ ਪੱਧਰ 'ਤੇ ਵਿਚਾਰਨ ਦੀ ਲੋੜ ਹੈ। ਅਸੀਂ ਨਾ ਇਸ ਦੇ ਵਿਰੁੱਧ ਕੁਝ ਕਿਹਾ, ਨਾ ਇਹਦੇ ਹੱਕ 'ਚ ਕਿਹਾ। ਇਹ ਅਸੀਂ ਸਿੱਖ ਜਗਤ ਉੱਪਰ ਛੱਡ ਦਿੱਤਾ ਹੈ ਕਿ ਉਹ ਆਪਣੇ ਵਿਚਾਰ ਇਹਦੇ ਬਾਰੇ ਬਣਾਉਣ ਅਤੇ ਇਹਦੀ ਕਮੈਂਟ ਪੱਟੀ ਵਿੱਚ ਜ਼ਰੂਰ ਦਰਜ ਕਰਨ ਕਿ ਉਹ ਇਸ ਨੂੰ ਠੀਕ ਸਮਝਦੇ ਹਨ, ਗਲਤ ਸਮਝਦੇ ਹਨ, ਕਿ ਅਜਿਹੇ ਵਿਆਹ ਨੂੰ ਕਬੂਲ ਕਰਦੇ ਹਨ, ਅਤੇ ਕੀ ਜੋ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਬਠਿੰਡਾ ਨੇ ਇਹ ਜੋ ਵਿਆਹ ਰਚਾਇਆ, ਆਨੰਦ ਕਾਰਜ ਰਚਾਇਆ ਅਤੇ ਉਹਨਾਂ ਨੂੰ ਸਰਟੀਫਿਕੇਟ ਵੀ ਇਸ਼ੂ ਕੀਤਾ, ਉਸ ਨੂੰ ਉਹ ਕਿਵੇਂ ਸੋਚਦੇ ਹਨ, ਉਹਦੇ ਬਾਰੇ ਉਹਨਾਂ ਦੇ ਕੀ ਵਿਚਾਰ ਹਨ। ਇਸ ਚਰਚਾ ਨੂੰ ਇੱਥੇ ਸਮਾਪਤ ਕਰਦੇ ਹਾਂ। ਉਮੀਦ ਹੈ ਇਹ ਚਰਚਾ ਤੁਹਾਨੂੰ ਪਸੰਦ ਆਏਗੀ। ਇਸ ਚਰਚਾ ਨੇ ਤੁਹਾਨੂੰ ਇੱਕ ਚੇਤਨਾ ਵੀ ਦੇਣੀ ਹੈ, ਤੁਸੀਂ ਚੇਤਨਵੇਂ ਹੋਵੋਗੇ। ਤੁਹਾਡੇ ਘਰਾਂ 'ਚ ਵੀ ਬੱਚੇ ਹਨ, ਕੈਨੇਡਾ 'ਚ ਵੀ, UK 'ਚ ਵੀ, ਆਸਟ੍ਰੇਲੀਆ, ਵਿਦੇਸ਼ਾਂ 'ਚ, ਅਮਰੀਕਾ 'ਚ, ਅਤੇ ਉੱਥੋਂ ਦੀਆਂ ਸੁਸਾਇਟੀਆਂ ਬਹੁਤ ਲਿਬਰਲ ਹਨ ਸੈਕਸ ਦੇ ਸੰਬੰਧਾਂ ਬਾਰੇ, ਲਿੰਗ ਦੇ ਸੰਬੰਧਾਂ ਬਾਰੇ। ਤੋ ਇਹ ਤੁਹਾਡੇ ਲਈ ਇੱਕ ਜਿਹੜੀ ਹੈ ਇੱਕ ਨਵੀਂ ਰੋਸ਼ਨੀ ਦਿੱਤੀ ਹੈ, ਉਸ 'ਤੇ ਤੁਸੀਂ ਆਪਣੇ ਵਿਚਾਰ ਜ਼ਰੂਰ ਦਿਓ। ਇਸ ਨੂੰ ਇੱਥੇ ਖਤਮ ਕਰਦੇ ਹਾਂ। ਉਮੀਦ ਹੈ ਤੁਸੀਂ ਇਹਨੂੰ ਪਸੰਦ ਕਰੋਗੇ ਅਤੇ ਆਪਣੇ ਮਿੱਤਰਾਂ ਸੰਬੰਧੀਆਂ ਨਾਲ ਇਸ ਨੂੰ ਸਾਂਝੀ ਕਰੋਗੇ ਅਤੇ ਇਸ ਨੂੰ ਵੱਧ ਤੋਂ ਵੱਧ ਪ੍ਰਚਾਰੋਗੇ। ਧੰਨਵਾਦ। ਸਤਿ ਸ੍ਰੀ ਅਕਾਲ।